एसएसपी बठिंडा वीडियो नूं जरूर देखे, पंजाब पुलिस का डीजीपी जरूर देखे, क्योंकि उन्हां दे एक हिसाब नाल जे असीं कहना होवे शर्म पाउण वाली वीडियो है। असीं जैतो फरीदकोट के जैतो विच लाइव कैमरे ते चिट्टा मंगवाया सी। अज असीं बठिंडा जिले दे विच अज असीं अपना साथी भेज रहे हैं, पत्रकार साथी है, उहनूं भेजांगे, वो चिट्टा लैके आवेगा। चिट्टा भी वो सिर्फ 5 मिनट दे विच 500 रुपया आ लो जी, ते किन्ने मिनट दे विच आ जाऊंगी। तुसी स्टॉप वाच शुरू करो मोबाइल दे उत्ते। लगभग 8:50 का समा होया। मैं कैमरामैन को मोबाइल ते एक बार दिखा देवे। स्टॉप वाच स्टार्ट करन लगे असीं जी। आ जी, जाओ जी जल्दी। बिल्कुल 4 मिनट 55 सेकंड दे विच 5 मिनट दे विच ਜਿਹੜੇ चिट्टा लैके आ चुके साडे दे विच। 250 ਦੀ ਇੱਕ ਪੁੜੀ ਮਿਲੀ ਆ, 500 ਦੇ 2 ਪੀਸ ਆ ਪਏ ਆ ਤੁਹਾਡੇ ਸਾਹਮਣੇ। ਤਾਂ ਉਹ ਕਹਿੰਦੇ ਤੈਨੂੰ ਦੱਸ ਮਲਕੀ ਕਿਹੜਾ ਚਾਹੀਦਾ, 200 ਵਾਲਾ, 300 ਵਾਲਾ ਜਾਂ 500 ਵਾਲਾ। ਦੇਖੋ ਆਪਾਂ ਪੱਤਰਕਾਰ ਆ ਤੇ ਮੈਨੂੰ ਇੰਨੀ ਆਸਾਨੀ ਨਾਲ ਮਿਲ ਸਕਦਾ, ਜਿਹੜਾ ਬੰਦਾ ਆਦੀ ਆ ਉਹਨੂੰ ਕਿੰਨੀ ਜਲਦੀ ਮਿਲ ਸਕਦਾ। ਚਿੱਟਾ ਤੁਸੀਂ ਐਂ ਕਹਿ ਲਓ ਵੀ ਹੋਮ डिलीवरी हो सकती है। पंच साहब चिट्टा लैन सी मुंडा भेजा, 5 मिनट दे विच मुड़िया, इन्ना शरेआम चिट्टा है। ਸਾਡੇ ਤਾਂ ਬੇਬਸੀ ਹੋਈ ਵੀ ਗੱਲ ਪੰਚਾਇਤਾਂ ਦੀ ਵੀ। ਨਾਲ ਦੇ ਪਿੰਡਾਂ ਦੇ ਲੈਣ ਆਉਂਦੇ ਆ, ਇੱਕ ਗੜ ਬਣ ਚੁੱਕਿਆ ਇੱਥੋਂ ਦਾ। ਜੇ ਪਿੰਡ ਦੇ ਵਿੱਚ 1000 ਮੁੰਡਾ ਔਨ ਐਵਰੇਜ ਤੁਹਾਨੂੰ ਮੈਂ ਦੱਸਦਾ ਤਾਂ 200 ਤੋਂ 300 ਮੁੰਡਾ ਆਦੀ ਆ ਚਿੱਟੇ ਦਾ। ਹੁਣ ਜੇ ਆਪ ਦੀ ਸਰਕਾਰ ਆਈ ਆ ਤਾਂ ਵੱਧ ਗਿਆ ਹੋਊਗਾ ਚਿੱਟਾ, ਘਟਿਆ ਕੋਈ ਨਹੀਂ। एसएसपी बठिंडा वीडियो नूं जरूर देखे, पंजाब पुलिस का डीजीपी जरूर देखे, क्योंकि उन्हां दे एक हिसाब नाल जे असीं कहना होवे शर्म पाउण वाली वीडियो है कि इस कैमरे के उत्ते असीं हुण चिट्टा मंगवावांगे लाइव, जिहड़ा सीधा इस कैमरे ते चिट्टा मंगवाउण जा रहे हैं। ये पुलिस की नाकामी ते सरकार दीआं फड़ां नूं, जिहड़ियां फोकियां फड़ां मारियां, उन्हां दी पोल खोलण लई वीडियो है। 5 मिनट तो पहला ਜਾਂ 10 मिनट ਦੇ ਵਿੱਚ चिट्टा ਜਿਹੜਾ ਇੱਥੇ ਆਵੇਗਾ। ਨੌਜਵਾਨ ਨੂੰ ਭੇਜਾਂਗੇ, ਗੱਲਬਾਤ ਕਰਦੇ ਹਾਂ चिट्टे ਦੀ ਸਿਚੁਏਸ਼ਨ ਨੂੰ ਲੈ ਕੇ। ਬਠਿੰਡਾ ਜ਼ਿਲ੍ਹੇ ਦਾ ਪਿੰਡ ਗੋਬਿੰਦਪੁਰਾ ਵੱਡਾ ਪਿੰਡ ਹੈ। ਬਠਿੰਡਾ ਤੇ ਐਸਐਸਪੀ ਦਫ਼ਤਰ ਤੋਂ 14 ਕਿਲੋਮੀਟਰ ਦੇ ਅੰਦਰ ਪੈਂਦਾ ਹੈ। ਐਸਐਸਪੀ ਸਾਹਿਬ ਨੂੰ ਸ਼ਾਇਦ ਨਾ ਦਿਖਦਾ ਹੋਵੇ, ਪਰ ਸਾਡਾ ਪੱਤਰਕਾਰ ਸਾਥੀ चिट्टा लैके आवेगा। वो वीडियो नूं जरूर देखियो, एंड तक देखियो। तो एसएसपी साहब नूं बेनती है कि तुसीं जरूर देखियो कि तुहाडी हदूद अंदर की हो रहा है। 5 मिनट च चिट्टा लैके आवेगा इस लाइव कैमरे ते। साडे नाल मेरा साथी ने यादविंदर यादी, साडे मीडिया तो ही ने, उन्हां नाल गलबात करदे ते ਉਹ इस कैमरे ते तुहानूं चिट्टा लिया के दिखाउणगे। यादी जी, की हालत है इत्थे चिट्टे दी? ਹਾਲਤ ਸਰ ਤੁਸੀਂ ਐਂ ਹਿਸਾਬ ਲਾ ਲਓ ਵੀ ਜੇ ਪਿੰਡ ਦੇ ਵਿੱਚ 1000 ਮੁੰਡਾ ਔਨ ਐਵਰੇਜ ਤੁਹਾਨੂੰ ਮੈਂ ਦੱਸਦਾ ਤਾਂ 200 ਤੋਂ 300 ਮੁੰਡਾ ਆਦੀ ਆ ਚਿੱਟੇ ਦਾ। ਠੀਕ ਹੈ। ਤੇ ਚਿੱਟਾ ਤੁਸੀਂ ਐਂ ਕਹਿ ਲਓ ਵੀ ਹੋਮ ਡਿਲੀਵਰੀ ਹੋ ਸਕਦੀ ਆ। ਹੋਮ ਡਿਲੀਵਰੀ ਹੋ ਸਕਦੀ ਆ। ਇੰਨਾ ਚਿੱਟਾ ਕੁਛ ਕੁ ਘਰ ਨੇ, ਮਤਲਬ ਚਲੋ ਨਾਂ ਨਹੀਂ ਲੈਣਾ ਚਾਹੁੰਦਾ ਮੈਂ, ਪਿੰਡ ਦੇ ਵਿੱਚ ਰਹਿਣੇ ਆ, ਇੱਥੇ ਹੀ ਰਹਿਣਾ ਹੈ ਨਾ, ਤੇ ਪਰ ਮੰਨ ਕੇ ਚਲੋ ਵੀ ਕੋਈ ਕਾਰਵਾਈ ਨਹੀਂ। ਗੱਲਾਂ ਕਰਨ ਨੂੰ ਉਹ ਐਂ ਕਰਦਾ ਜੀ, ਉਹ ਐਂ ਕਰਦਾ ਜੀ। ਮੇਨ ਮੁੱਦੇ ਦੀ ਜਿਹੜੀ ਗੱਲ ਆ, ਉਹ ਮੁੱਦੇ ਦੀ ਗੱਲ ਤੇ ਕੋਈ ਗੱਲ ਨਹੀਂ ਕਰ ਰਿਹਾ ਵੀ ਭਾਈ ਚਿੱਟਾ ਕਿੱਥੋਂ ਆ ਰਿਹਾ। ਸ਼ਰੇਆਮ ਚੱਲਦਾ। ਨਾਲੇ ਪਿੰਡ ਦੇ ਵਿੱਚ ਐਂ ਕਹਿ ਦੇਣ ਵੀ ਪੰਚਾਇਤਾਂ ਤੁਹਾਨੂੰ ਪਤਾ ਨਹੀਂ, ਸਭ ਨੂੰ ਪਤਾ ਵੀ ਕੌਣ ਚਿੱਟਾ ਵੇਚਦਾ, ਕਿੱਥੋਂ ਆਉਂਦਾ, ਕਿਵੇਂ ਆ ਸਿਸਟਮ। ਤੁਹਾਨੂੰ ਮੈਂ ਲਿਆ ਕੇ ਦਿਖਾ ਸਕਦਾ ਹੁਣ 5 ਮਿੰਟ ਚਿੱਟਾ ਮੰਗਾਉਣਾ ਹੁਣੇ। ਅੱਛਾ, ਇੱਕ ਐਂ ਦੱਸੋ ਵੀ ਸਰਕਾਰ ਬਦਲਣ ਤੋਂ ਬਾਅਦ ਕੋਈ ਫਰਕ ਪਿਆ ਇਹਨੂੰ? ਕੋਈ ਫਰਕ ਨਹੀਂ ਪਿਆ ਜੀ। ਕਾਂਗਰਸ ਦੀ ਸਰਕਾਰ ਸੀ ਉਦੋਂ ਵੀ, ਹੁਣ ਵੱਧ ਗਿਆ ਹੋਊਗਾ। ਹੁਣ ਜੇ ਆਪ ਦੀ ਸਰਕਾਰ ਆਈ ਆ ਤਾਂ ਵੱਧ ਗਿਆ ਹੋਊਗਾ ਚਿੱਟਾ, ਘਟਿਆ ਕੋਈ ਨਹੀਂ। ਤੇ ਮਲਕੀ ਇਹਦੇ ਵਿੱਚ ਮੈਂ ਕਹਿ ਸਕਦਾ ਪੁਲਿਸ ਵੀ ਜ਼ਿੰਮੇਵਾਰ ਆ। ਪੁਲਿਸ ਨੂੰ ਪਤਾ ਨਹੀਂ, ਪੁਲਿਸ ਨੂੰ ਪਤਾ ਨਹੀਂ ਵੀ ਕਿੱਥੋਂ ਆਉਂਦਾ ਚਿੱਟਾ, ਸਭ ਪਤਾ ਇਹਨਾਂ ਨੂੰ, ਪਰ ਨਹੀਂ ਕੋਈ ਕਾਰਵਾਈ ਨਹੀਂ ਕਰਦੇ। ਤੁਸੀਂ ਐਂ ਹਿਸਾਬ ਲਾ ਲਓ ਸਿੱਧੂ ਸਾਹਿਬ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਮੇਰੀ ਉਮਰ ਮਹਿਜ਼ 23 ਸਾਲ ਦੀ ਆ, ਤਾਂ ਤੁਸੀਂ ਐਂ ਹਿਸਾਬ ਲਾ ਲਓ ਜਿਹੜੇ ਜਵਾਕ ਮੈਂ ਆਪਦੇ ਗੋਦੀ ਖੜਾਏ ਹੋਣਗੇ, ਆਪਦੇ ਹੱਥਾਂ 'ਚ ਖੜਾਏ ਹੋਣਗੇ, ਉਹਨਾਂ ਦੀ ਉਮਰ ਕਿੰਨੀ ਹੋਊ? ਕੋਈ 16-17 ਸਾਲ ਦੀ। ਤਾਂ ਮੈਂ ਉਹ ਆਪਦੇ ਅੱਖੀ ਸਰਿੰਜਾ ਲਾਉਂਦੇ ਵੇਖਿਆ, ਮੈਂ ਆਪਦੇ ਅੱਖੀ। ਹਾਂ। ਅੱਛਾ ਯਾਦੀ ਜੀ, ਹੁਣ ਅਸੀਂ ਤੁਹਾਨੂੰ 500 ਰੁਪਇਆ ਦੇਣ ਲੱਗੇ ਆ ਜੀ। 500 ਰੁਪਇਆ ਆ ਲਓ ਜੀ, ਤੇ ਕਿੰਨੇ ਮਿੰਟ ਦੇ ਵਿੱਚ ਆ ਜਾਓਗੇ? ਤੁਸੀਂ ਸਟਾਪ ਵਾਚ ਸ਼ੁਰੂ ਕਰੋ ਮੋਬਾਈਲ ਦੇ ਉੱਤੇ, ਤੇ ਤੁਸੀਂ ਦੇਖੋ ਮੈਂ ਕਿੰਨੇ ਟਾਈਮ ਦੇ ਵਿੱਚ ਵਾਪਸ ਮੁੜਦਾ। ਮੈਨੂੰ ਇੱਕ ਪਿੰਡ ਦਾ ਗੇੜਾ ਲਾ ਕੇ ਆਉਣ ਦਿਓ। ਸਟਾਪ ਵਾਚ ਜੀ ਕੱਢਦੇ ਆ, 1 ਮਿੰਟ ਤੁਸੀਂ ਪਲੇ ਕਰ ਸਕਦੇ ਹੋ। ਪਲੇ ਕਰਦੇ ਆ। ਸਟਾਪ ਵਾਚ ਵਾਲਾ ਮੋਬਾਈਲ ਦਿਓ, ਕੈਮਰਾਮੈਨ ਕੋਲੇ ਹੋਊਗਾ ਮੈਨੂੰ ਲੱਗਦਾ।
ਹਾਂ ਸਾਡੇ ਕੋਲੇ ਵੀ ਹੈਗਾ ਸਟਾਪਵਾਚ। ਤਾਂ ਅਸੀਂ ਦੇਖੋ ਲਗਭਗ 8:50 ਦਾ ਸਮਾਂ ਹੋਇਆ। ਮੈਂ ਕੈਮਰਾਮੈਨ ਨੂੰ ਮੋਬਾਈਲ ਤੇ ਇੱਕ ਵਾਰ ਦਿਖਾ ਦੇਵੇ। 8:50 ਦਾ ਸਮਾਂ ਹੋਇਆ ਤੇ 500 ਰੁਪਇਆ ਤੁਹਾਨੂੰ ਮੈਂ ਦੇ ਦਿੱਤਾ ਜੀ 500 ਰੁਪਇਆ ਮੈਂ ਦਿੱਤਾ ਤੇ ਸਟਾਪਵਾਚ ਸਟਾਰਟ ਕਰਨ ਲੱਗੇ ਅਸੀਂ ਜੀ। ਆ ਜੀ ਜਾਓ ਜੀ ਜਾਦੀ। ਬਿਲਕੁਲ ਜੀ ਬਿਲਕੁਲ। ਤਾਂ ਆ ਸਟਾਪਵਾਚ ਸਟਾਰਟ ਹੈ। ਤੁਸੀਂ ਦੇਖ ਸਕਦੇ ਹੋ ਚਿੱਟਾ ਲੈਣ ਅਸੀਂ ਭੇਜਿਆ ਸਾਡੇ ਹੀ ਸਾਥੀ ਨੂੰ। ਤਾਂ ਹੁਣ ਦੇਖਦੇ ਹਾਂ ਕਿ ਉਹ ਕਿੰਨੇ ਟਾਈਮ ਦੇ ਵਿੱਚ ਵਾਪਸ ਆਉਂਦਾ ਇੱਥੇ। ਵੱਡਾ ਸਵਾਲ ਹੈ ਐਸਐਸਪੀ ਬਠਿੰਡਾ ਪੰਜਾਬ ਪੁਲਿਸ ਸਾਰੀ ਨੂੰ ਇਹ ਸਵਾਲ ਹੈ ਕਿ ਤੁਸੀਂ ਵੱਡੇ ਦਾਅਵੇ ਕਰ ਰਹੇ ਹੋ, ਤੁਸੀਂ ਕਰ ਕੀ ਰਹੇ ਹੋ? ਬੋਰਡ ਲਾ ਦਿੰਦੇ ਹੋ ਕਿ ਆਹ ਫੜਾਓ ਜੀ, ਸਾਨੂੰ ਉਹ ਕਰੋ ਜੀ। ਅਸੀਂ ਜੇ ਇਸ ਤਰੀਕੇ ਨਾਲ ਇਹ ਮੁਹਿੰਮ ਦੇ ਵਿੱਚ ਜੋ ਅਸੀਂ ਚਿੱਟੇ ਖਿਲਾਫ ਛੇੜੀ ਹੈ ਲੋਕਵਾਈ ਟੀਵੀ ਨੇ, ਜੇ ਅਸੀਂ ਇਸ ਤਰੀਕੇ ਨਾਲ ਮੰਗਾ ਸਕਦੇ ਹਾਂ ਤਾਂ ਤੁਹਾਡੀ ਇਹ ਪਹੁੰਚ ਤੋਂ ਕਿੰਨਾ ਕੁ ਦੂਰ ਹੈ? ਤੁਹਾਡੇ ਤੋਂ ਕਿੰਨਾ ਕੁ ਦੂਰ ਹੈ? ਤੁਹਾਡੇ ਮੁਖਬਰ ਨਹੀਂ ਹੈ। ਪੁਲਿਸ ਵੈਸੇ ਤਾਂ ਕਹਿ ਦਿੰਦੇ ਕਿ ਪੁਲਿਸ ਨੂੰ ਪਤਾ ਹੁੰਦਾ ਕਿ ਕਿੱਥੇ ਹਿਲ ਰਿਹਾ ਕਿੱਥੇ ਨਹੀਂ ਹਿਲ ਰਿਹਾ, ਤੇ ਪੁਲਿਸ ਨੂੰ ਇਹ ਨਹੀਂ ਪਤਾ ਕਿ ਚਿੱਟਾ ਕਿੱਥੋਂ ਮਿਲ ਰਿਹਾ ਤੇ ਚਿੱਟਾ ਕਿੱਥੋਂ ਨਹੀਂ ਮਿਲ ਰਿਹਾ। ਕੀ ਪੁਲਿਸ ਤੋਂ ਸਭ ਕੁਝ ਦੂਰ ਹੈ ਇਹ? ਕੀ ਪੁਲਿਸ ਦੀਆਂ ਨਿਗਾਹਾਂ ਦੇ ਵਿੱਚ ਨਹੀਂ ਹੈ? ਜੇ ਇੱਕ ਪੱਤਰਕਾਰ ਜਾਂ ਪੱਤਰਕਾਰ ਦੇ ਸਾਥੀ ਇਹ ਚੀਜ਼ ਲੈ ਕੇ ਆ ਸਕਦੇ ਆ ਤਾਂ ਫਿਰ ਆਮ ਲੋਕਾਂ ਦਾ ਕੀ ਹਾਲ ਹੋਊ ਤੇ ਪੁਲਿਸ ਨੂੰ ਨਹੀਂ ਮਿਲ ਸਕਦਾ? ਕੀ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ? ਪੁਲਿਸ ਕਿਉਂ ਨਹੀਂ ਕਰਦੀ? ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇਹ ਵੀ ਇੱਕ ਚਰਚਾ ਹੈ ਕਿ ਪੁਲਿਸ ਹਫ਼ਤੇ ਮਹੀਨੇ ਲੈਂਦੀ ਹੈ। ਪੁਲਿਸ ਮਿਲੀ ਹੋਈ ਹੈ। ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾਂ ਕਦੇ ਅੱਜ ਤੱਕ ਕੋਈ ਵੀ ਦੁਨੀਆ ਦਾ 2 ਨੰਬਰ ਦਾ ਕੰਮ ਨਹੀਂ ਚੱਲਿਆ। ਤੇ ਜਿਸ ਕਰਕੇ ਸਟਾਪਵਾਚ ਦੇ ਉੱਤੇ 1 ਮਿੰਟ ਤੇ 18 ਸਕਿੰਟ ਹੋਏ ਆ। ਹਜੇ ਸਮਾਂ ਲਗਾਤਾਰ ਚੱਲ ਰਿਹਾ। ਅਸੀਂ ਸਟਾਪਵਾਚ ਇਸ ਵਾਰ ਇਸ ਲਈ ਲਗਾਈ ਹੈ, ਪਿਛਲੀ ਵਾਰ ਵੀ ਤੁਹਾਨੂੰ ਘੜੀ ਦਿਖਾਈ ਸੀ ਕਿ ਕੋਈ ਸ਼ੰਕਾ ਹੀ ਨਾ ਰਵੇ ਕਿ ਚਿੱਟਾ ਕਿੰਨੇ ਸਮੇਂ ਦੇ ਵਿੱਚ ਮਿਲ ਜਾਂਦਾ। ਜਿਹਨੂੰ ਕਿਹਾ ਜਾਂਦਾ ਕਿ ਜੀ ਦੇਖੋ ਜੀ ਬੜਾ ਔਖਾ ਹੈ ਇਹ, 2 ਨੰਬਰ ਦਾ ਕੰਮ ਸਭ ਤੋਂ ਔਖਾ ਹੁੰਦਾ, ਪਰ 2 ਨੰਬਰ ਦਾ ਕੰਮ ਕੋਈ ਔਖਾ ਨਹੀਂ ਹੁੰਦਾ, ਬੜਾ ਸੌਖਾ ਹੁੰਦਾ ਹੈ ਜੇਕਰ ਇਸ ਤਰੀਕੇ ਨਾਲ ਪੁਲਿਸ ਨੇ ਕੋਈ ਕਾਰਵਾਈ ਕਰਨੀ ਹੋਵੇ ਤਾਂ ਲੱਭਣਾ ਹੋਵੇ। ਪੁਲਿਸ ਦੀ ਜਿਹੜੀ ਆ ਮੂਕ ਦਰਸ਼ਕ ਬਣ ਕੇ ਬਹਿ ਜਾਂਦੀ ਹੈ। ਪੁਲਿਸ ਦੇ ਬਹਾਨੇ ਕਈ ਹੁੰਦੇ ਆ, ਥੋੜਾ ਫੜਾਂਗੇ ਜੀ ਫਿਰ ਉਹ ਪਰਚਾ ਨਹੀਂ ਪੈਂਦਾ ਜੀ। ਪਰ ਇੱਕ ਗੱਲ ਤਾਂ ਸਵਾਲ ਤਾਂ ਹੈ ਕਿ ਜੇ ਤੁਸੀਂ ਥੱਲੇ ਨੂੰ ਫੜੋ, ਜੇਕਰ ਜਿਹੜਾ ਵੇਚ ਰਿਹਾ ਉਹਨੂੰ ਪਕੜੋ, ਉਹ ਤੁਹਾਨੂੰ ਅੱਗੇ ਵਾਲੀ ਚੇਨ ਦੱਸੇ ਕਿ ਅੱਗੇ ਕੌਣ ਹੈ, ਉਸ ਤੋਂ ਅੱਗੇ ਜਾਓ। ਅੱਗੇ ਜਾ ਕੇ ਇੱਕ ਦਿਨ ਤੁਸੀਂ ਵੱਡੇ ਮਗਰਮੱਛ ਨੂੰ ਫੜ ਲਓਗੇ, ਪਰ ਵੱਡਾ ਮਗਰਮੱਛ ਫੜਨਾ ਨਹੀਂ ਹੁੰਦਾ, ਕਿਉਂਕਿ ਵੱਡਾ ਮਗਰਮੱਛ ਫੜਿਆ ਜਾਵੇਗਾ ਤਾਂ ਉਹ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਤਾਰਾਂ ਲੀਡਰਾਂ ਨਾਲ ਜੁੜ ਜਾਣ। ਕਾਂਗਰਸ ਅਕਾਲੀ ਦਲ ਦੀ ਸਰਕਾਰ ਸੀ, ਉਸ ਤੇ ਇਲਜ਼ਾਮ ਲੱਗਦੇ ਰਹੇ ਕਿ ਚਿੱਟਾ ਲੈ ਕੇ ਆਏ ਹੈ। ਚਿੱਟਾ ਪੰਜਾਬ 'ਚ ਲੈ ਕੇ ਆਉਣ ਵਾਲਾ ਅਕਾਲੀ ਦਲ ਵਿਰੋਧੀ ਪਾਰਟੀਆਂ ਕਹਿੰਦੀਆਂ ਰਹੀਆਂ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ, ਆਮ ਆਦਮੀ ਪਾਰਟੀ ਜੰਮ ਕੇ ਨਿਸ਼ਾਨੇ ਲਾਉਂਦੀ ਰਹੀ ਕਿ 4 ਹਫ਼ਤਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਕਿ ਚਿੱਟਾ ਖਤਮ ਕਰ ਦੂੰਗਾ, ਪਰ 5 ਸਾਲਾਂ ਦੇ ਵਿੱਚ ਚਿੱਟਾ ਖਤਮ ਨਹੀਂ ਹੋਇਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ 50 ਦਿਨ ਤੋਂ ਉੱਤੇ ਹੋ ਗਏ ਹੈ। ਜੇਕਰ ਆਮ ਆਦਮੀ ਪਾਰਟੀ ਇਹ ਕਵੇ ਕਿ 50 ਹੀ ਦਿਨ ਹੋਏ ਆ ਜੀ, ਦੇਖੋ ਸਮਾਂ ਦਿਓ ਜੀ ਸਮਾਂ ਦਿਓ, ਤਾਂ ਜਦ ਪਹਿਲੀ ਸਰਕਾਰ ਦਿੱਲੀ ਦੇ ਵਿੱਚ ਬਣੀ ਸੀ ਤਾਂ 49 ਦਿਨ ਦੀ ਬਣੀ ਸੀ, ਤਾਂ ਉਸੇ ਸਰਕਾਰ ਦੇ ਦਮ ਤੇ ਤੁਸੀਂ ਅਗਲੀ ਸਰਕਾਰ ਬਣਾਈ ਸੀ। ਜੇ ਉਸ 49 ਦਿਨਾਂ ਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਬਥੇਰੇ ਕੰਮ ਕਰਤੇ ਸੀ, ਤਾਂ ਇਸ 50 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਚੀਜ਼ ਲਾਗੂ ਹੋਈ ਹੈ? ਪੰਜਾਬ ਦੇ ਵਿੱਚ ਕੋਈ ਜ਼ਮੀਨੀ ਪੱਧਰ ਤੇ ਤੁਹਾਡਾ ਕੰਮ ਤਾਂ ਲਾਗੂ ਨਹੀਂ ਹੋਇਆ, ਪਰ ਚਿੱਟਾ ਵੀ ਤੁਸੀਂ ਹਜੇ ਤੱਕ ਬੰਦ ਨਹੀਂ ਕਰ ਸਕੇ। ਚਿੱਟਾ ਬੰਦ ਕਰਨ ਤੇ ਸਰਕਾਰ ਦਾ ਕੋਈ ਬਜਟ ਨਹੀਂ ਖਰਚਾ ਹੋਣਾ। ਚਿੱਟਾ ਬੰਦ ਕਰਨ ਤੇ ਸਰਕਾਰ ਦੀਆਂ ਕੋਈ ਵੱਖਰੀਆਂ ਚੀਜ਼ਾਂ ਨਹੀਂ ਚਾਹੀਦੀਆਂ। ਉਹੀ ਪੁਲਿਸ ਹੈ, ਪੁਲਿਸ ਨੂੰ ਸਭ ਪਤਾ ਹੈ। ਇਹ ਆਰਡਰ ਹੋਵੇ ਕਿ ਜਿਸ ਐਸਐਸਪੀ ਦੇ ਜ਼ਿਲ੍ਹੇ ਦੇ ਵਿੱਚੋਂ ਚਿੱਟਾ ਮਿਲੇਗਾ ਉਹ ਐਸਐਸਪੀ ਤੇ ਪਰਚਾ ਦਿੱਤਾ ਜਾਵੇਗਾ ਕਿ ਚਿੱਟਾ ਬੰਦ ਨਹੀਂ ਹੋਵੇਗਾ। ਜਿਸ ਐਸਐਚਓ ਦੇ ਏਰੀਆ ਦੇ ਚਿੱਟਾ ਮਿਲੇਗਾ, ਐਸਐਚਓ ਸਸਪੈਂਡ ਹੋਵੇਗਾ, ਡਿਸਮਿਸ ਹੋਵੇਗਾ ਕਿ ਚਿੱਟਾ ਬੰਦ ਨਹੀਂ ਹੋਵੇਗਾ। ਤੁਸੀਂ ਚਿੱਟਾ ਤਾਂ ਛੱਡੋ, ਜੇਕਰ ਚਿੱਟੀਆਂ ਗੋਲੀਆਂ ਵੀ ਕਿਤੇ ਦਿਖੀਆਂ ਜਾਂ ਚਿੱਟੇ ਪੱਤੇ ਵੀ ਏਰੀਆ 'ਚ ਦਿਖਾਈ ਦੇਗੇ ਤਾਂ ਮੇਰਾ ਨਾਮ ਵਟਾ ਦਿਓ, ਕਿਉਂਕਿ ਪੁਲਿਸ ਦੀ ਸਰਕਾਰ ਦੀ ਜਿੰਨਾ ਚਿਰ ਇਰਾਦੇ ਨਾ ਹੋਣ ਫਿਰ ਉਹਨਾਂ ਚਿਰ ਕੁਝ ਵੀ ਖਤਮ ਨਹੀਂ ਹੁੰਦਾ। ਤੇ ਜੇਕਰ ਇਰਾਦੇ ਹੋ ਜਾਣ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਇੱਥੇ ਵੱਡੀਆਂ ਚੀਜ਼ਾਂ ਤੇ ਪੁਲਿਸ ਮਿੰਟਾਂ ਦੇ ਵਿੱਚ ਕਾਰਵਾਈ ਕਰ ਦਿੰਦੀ ਹੈ। 3 ਮਿੰਟ 31 ਸਕਿੰਟ ਹੋਇਆ। ਲਗਾਤਾਰ ਸਮਾਂ ਵੀ ਦਿਖਾਵਾਂਗੇ ਕਿਉਂਕਿ ਟਾਰਗੇਟ ਇਹ ਹੈ ਕਿ 10 ਮਿੰਟ ਤੇ ਪਹਿਲਾਂ ਉਹਨਾਂ ਨੇ ਮੈਨੂੰ ਲੱਗਦਾ ਆ ਜਾਣਾ ਹੈ, ਜਿਹੜਾ ਉਹ ਗੱਲ ਕਹਿ ਕੇ ਗਏ ਆ। ਤਾਂ ਹੁਣ ਜਿਵੇਂ ਉਹ ਕਹਿੰਦੇ ਹੋਮ ਡਿਲੀਵਰੀ ਵੀ ਹੈ, ਇਹ ਵੱਡੀ ਗੱਲ ਹੈ। ਪੀਜ਼ਾ, ਖਾਣ ਵਾਲੀਆਂ ਚੀਜ਼ਾਂ ਜਾਂ ਆਨਲਾਈਨ ਸ਼ਾਪਿੰਗ ਫਲਿੱਪਕਾਰਟ ਐਮਾਜ਼ਨ ਤੋਂ ਅਸੀਂ ਦੇਖਦੇ ਹਾਂ ਤਾਂ ਹੋਮ ਡਿਲੀਵਰੀ ਕਰਦੇ ਆ। ਚਿੱਟੇ ਦੀ ਹੋਮ ਡਿਲੀਵਰੀ ਵੀ ਹੈ। ਚਿੱਟਾ ਲੈਣਾ ਫੋਨ ਕਰੋ, ਘਰੇ ਪਹੁੰਚਾਇਆ ਜਾਂਦਾ। ਕੁਆਲਿਟੀਆਂ ਚਿੱਟੇ ਦੀਆਂ 200 ਵਾਲਾ ਲੈਣਾ, 300 ਵਾਲਾ ਲੈਣਾ, 500 ਵਾਲਾ ਲੈਣਾ, ਕਿਹੜਾ ਲੈਣਾ, ਇਹ ਵੀ ਕੁਆਲਿਟੀਆਂ। ਤਾਂ ਅਜਿਹਾ ਕੁਝ ਵਾਪਰ ਰਿਹਾ ਤਾਂ ਸਰਕਾਰ ਕਿੱਥੇ ਖੜੀ ਹੈ? ਸਰਕਾਰ ਤੇ ਸਵਾਲ ਉੱਠਣੇ ਲਾਜ਼ਮੀ ਹੈ। ਸਰਕਾਰ ਬਣੀ ਹੈ, ਬਣਨ ਤੋਂ ਬਾਅਦ ਇੱਕ ਵੀ ਵੱਡੀ ਕਾਰਵਾਈ ਚਿੱਟੇ ਦੇ ਖਿਲਾਫ ਹੋਈ ਹੋਵੇ ਕੋਈ ਸਵਾਲ ਹੀ ਨਹੀਂ। ਸਿਰਫ ਗੱਲਾਂ ਹੈ, ਮਹਿਜ਼ ਗੱਲਾਂ ਹੈ, ਕੱਲੀਆਂ ਗੋਂਗਲੂਆਂ ਤੋਂ ਮਿੱਟੀਆਂ ਝਾੜੀਆਂ ਜਾ ਰਹੀਆਂ। ਭਗਵੰਤ ਮਾਨ ਕਹਿੰਦੇ ਹੁੰਦੇ ਸੀ 2 ਸਾਲ ਦਾ ਬੱਚਾ, 6 ਮਹੀਨਿਆਂ ਦਾ ਬੱਚਾ ਚਿੱਟਾ ਲੱਗ ਗਿਆ, ਮਾਂ ਦੇ ਦੁੱਧ ਦੇ ਵਿੱਚ ਚਿੱਟਾ ਆ ਰਿਹਾ। ਭਗਵੰਤ ਮਾਨ ਸਾਹਿਬ ਸਵਾਲ ਹੈ ਕਿ ਤੁਹਾਡੇ ਰਾਜ ਨੂੰ 50 ਦਿਨ ਤੋਂ ਉੱਪਰ ਹੋ ਗਿਆ, ਕੋਈ ਇੱਕ ਵੱਡੀ ਕਾਰਵਾਈ, ਕੋਈ ਇੱਕ ਪਿੰਡ ਦੇ ਵਿੱਚ ਇਹ ਕਹਿ ਦਿੱਤਾ ਹੋਵੇ ਕਿ ਆਹ ਪਿੰਡ ਚਿੱਟਾ ਮੁਕਤ ਹੋ ਗਿਆ। ਮੁੰਡਾ ਦੱਸ ਕੇ ਗਿਆ ਪੱਤਰਕਾਰ ਸਾਥੀ ਕਿ 500 ਦੇ ਵਿੱਚੋਂ
ਲਗਭਗ ਲੋਕ ਜਿਹੜੇ ਆ ਉਹ ਚਿੱਟਾ ਪੀਂਦੇ ਆ। 5000 ਦੇ ਵਿੱਚੋਂ 500 ਦੇ ਕਰੀਬ ਜਿਹੜੇ ਨੌਜਵਾਨ ਆ ਉਹ ਚਿੱਟਾ ਪੀਂਦੇ ਆ। ਤਾਂ ਸਵਾਲ ਬਰਕਰਾਰ ਹੈ ਕਿ ਇਹ ਖਤਮ ਕਿਵੇਂ ਹੋਵੇਗਾ, ਕਦੋਂ ਖਤਮ ਹੋਵੇਗਾ। ਸਾਥੀ ਆਉਣ ਵਾਲਾ ਹੀ ਹੈ ਜਲਦੀ। ਆ ਗਿਆ ਸਾਥੀ ਸਾਡੇ 4 ਮਿੰਟ 55 ਸਕਿੰਟ ਦੇ ਵਿੱਚ 5 ਮਿੰਟ ਦੇ ਵਿੱਚ ਜਿਹੜੇ ਚਿੱਟਾ ਲੈ ਕੇ ਆ ਚੁੱਕੇ ਸਾਡੇ ਦੇ ਵਿੱਚ। ਅਸੀਂ ਗੱਲਬਾਤ ਕਰਦੇ ਹਾਂ। ਆ ਗਏ ਜੀ? ਬਿਲਕੁਲ ਜੀ ਬਿਲਕੁਲ। ਆ ਲਓ 250 ਮੈਂ ਸਾਥੀਆਂ ਦਿਖਾਉਂਦਾ 5 ਮਿੰਟ 8 ਸਕਿੰਟ ਦੇ ਵਿੱਚ 250 ਦੀ ਇੱਕ ਪੁੜੀ ਮਿਲੀ ਆ, 500 ਦੇ 2 ਪੀਸ ਆ ਪਏ ਆ ਤੁਹਾਡੇ ਸਾਹਮਣੇ। 500 ਦੀਆਂ 2 ਜੀ। ਇਹਨੂੰ ਮਾੜਾ ਜਿਹਾ ਕਰੀ ਖੋਲ ਕੇ ਜਿਹੜਾ ਦਿਖਾਇਆ ਜਾਵੇ, ਕਿਉਂਕਿ ਕਈ ਵਾਰ ਸਾਨੂੰ ਤਾਂ ਆਪ ਨਹੀਂ ਪਤਾ ਕਿਉਂਕਿ ਇਹ ਚੀਜ਼ ਕੀ ਹੁੰਦੀ ਹੈ। ਪਰ ਇੱਕ ਵਾਰ ਅਸੀਂ ਪਹਿਲਾਂ ਖੋਲਿਆ ਸੀ। ਬਾਈ ਜੀ ਤੁਸੀਂ ਸਰਪੰਚ ਹੋ? ਨਹੀਂ ਜੀ। ਫਿਰ ਬਾਈ ਜੀ ਪਾਸੇ ਖੜੇ ਹੋਗੇ? ਹਾਂ ਪਾਸੇ ਖੜੋ ਜੀ, ਤੁਹਾਡਾ ਕੰਮ ਨਹੀਂ ਹੈ, ਪਾਸੇ ਖੜੋ ਪਲੀਜ਼। ਹਾਂ ਆ ਲੋ, ਆ ਦੇਖ ਸਕਦੇ ਹੋ ਜੀ ਪਾਊਡਰ ਟਾਈਪ ਹੈ। ਆ ਚੀਜ਼ ਹੈ, ਆ ਪਾਊਡਰ ਟਾਈਪ ਹੈ, ਗਿੱਲਾ ਜਿਸ ਤਰੀਕੇ ਨਾਲ ਹੁੰਦਾ। ਆ ਤੁਸੀਂ ਤਸਵੀਰਾਂ ਦੇ ਵਿੱਚ ਦੂਜਾ ਵੀ ਖੋਲਿਆ ਜਾਵੇ ਜੀ। ਇਹ ਕਿੰਨਾ 5 ਮਿੰਟ ਦੇ ਵਿੱਚ ਜੀ? ਬਸ ਦੇਖੋ ਤੁਸੀਂ, ਇਹ ਤਾਂ ਹੋਮ ਡਿਲੀਵਰੀ ਤੱਕ ਗੱਲਾਂ ਆਂਗਾ ਪੰਗਾ ਜੀ, ਵੀ ਹੋਮ ਡਿਲੀਵਰੀ ਵੀ ਹੋ ਜਾ ਕਰੂ ਜੇ ਕਿਸੇ ਨੂੰ ਹਨਾ ਕੋਈ ਹਾਂ ਲੋੜ ਆ, ਕਈ ਵਾਰੀ ਐਮਰਜੈਂਸੀ ਬੰਦੇ ਨੂੰ ਲੱਗਦਾ ਤਾਂ ਕੋਈ ਦਿੱਕਤ ਨਹੀਂ। ਮਤਲਬ ਕਿ ਇਹ ਹੋਰ ਵੀ ਸੁਣਨ ਦੇ ਵਿੱਚ ਆਇਆ ਕਿ ਇਹਦੀਆਂ ਵੀ ਕੋਈ ਕੁਆਲਿਟੀਆਂ ਵੀ ਕੋਈ 200 300। ਹਾਂ ਮੈਂ ਤੁਹਾਨੂੰ ਦੱਸਦਾ। ਮੈਂ ਨਾ ਕੁਛ ਦਿਨ ਪਹਿਲਾਂ ਮਤਲਬ ਕਿ ਕਿਸੇ ਬੰਦੇ ਨਾਲ ਗੱਲ ਕੀਤੀ। ਮੈਂ ਕਿਹਾ ਐਂ ਕਰਕੇ ਵੀ ਯਾਰ ਹਨਾ ਚਾਹੀਦਾ ਮੈਨੂੰ, ਤਾਂ ਉਹ ਕਹਿੰਦੇ ਤੈਨੂੰ ਦੱਸ ਮਤਲਬ ਕਿ ਕਿਹੜਾ ਚਾਹੀਦਾ, 200 ਵਾਲਾ 300 ਵਾਲਾ ਜਾਂ 500 ਵਾਲਾ। ਮਤਲਬ ਕਿ ਇਹਨੂੰ ਸ਼ਾਇਦ ਬਿੱਟ ਦਾ ਨਾਮ ਦਿੱਤਾ ਹੋਇਆ ਇਹਨਾਂ ਨੇ ਵੀ ਇੱਕ ਬਿੱਟ। ਕਹਿੰਦੇ 200 ਵਾਲੀ ਬਿੱਟ ਚਾਹੀਦੀ ਹੈ, 300 ਬਿੱਟ 300 ਵਾਲੀ ਚਾਹੀਦੀ ਹੈ ਕਿ 500 ਵਾਲੀ ਬਿੱਟ ਚਾਹੀਦੀ ਹੈ। ਇੱਕ ਵਾਰ ਚੰਗੀ ਤਰ੍ਹਾਂ ਤਸਵੀਰ ਦੇਖ ਲਓ। ਇਹ ਆ ਜਿਹਨੇ ਪੰਜਾਬ ਦਾ ਘਾਣ ਕੀਤਾ, ਜਿਹਨੇ ਪੰਜਾਬ ਦੀ ਜਵਾਨੀ ਖਾਧੀ ਹੈ। ਇਹ ਉਹ ਜੱਟ ਹੈ ਜਿਹਨੇ ਪੰਜਾਬ ਦੀਆਂ ਜਿਹੜੀਆਂ ਔਰਤਾਂ ਉਹਨਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਲਿਆਂਦੀਆਂ, ਮਾਵਾਂ ਦੇ ਘਰਾਂ ਦੇ ਵਿੱਚ ਵਹਿਣ ਪਵਾਏ ਆ। ਇਹ ਉਹ ਚਿੱਟਾ ਹੈ। ਅਸੀਂ ਇਸ ਨੂੰ ਡਿਸਟਰੋਏ ਕਰਾਂਗੇ ਕੈਮਰੇ ਤੇ, ਕਿਉਂਕਿ ਇਹ ਕੋਈ ਰੱਖਣ ਵਾਲੀ ਚੀਜ਼ ਨਹੀਂ, ਸਾਡੇ ਕੰਮ ਦੀ ਨਹੀਂ। ਛੱਪੜ ਹੈ ਪਿੱਛੇ, ਦਿਖਾ ਦਈਏ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਡਿਸਟਰੋਏ ਇਹਨੂੰ ਕਰਦੇ ਵੀ ਦਿਖਾ ਦਿਓ। ਅਸੀਂ ਇਸ ਤੋਂ ਕੀ ਕਰਵਾਉਣਾ ਹੈ। ਪਰ ਗੱਲ ਇਹ ਹੈ ਕਿ 500 ਰੁਪਏ ਦਾ ਚਿੱਟਾ ਅਸੀਂ ਮੰਗਵਾਇਆ ਸੀ। ਇਹਦੇ ਕੀ ਕਾਰਨ ਮੰਨਦੇ ਹੋ ਵੀ ਕਿਉਂ ਨਹੀਂ ਰੁਕ ਰਿਹਾ? ਕੀ ਗੱਲ ਹੈ? ਕਾਰਨ ਦਾ ਤੁਸੀਂ ਮਤਲਬ ਕਿ ਮੈਂ ਬੜੇ ਬੰਦਿਆਂ ਨਾਲ ਗੱਲ ਕੀਤੀ ਹੈ ਨਾ। ਇਹ ਤਾਂ ਜਿਵੇਂ ਮੈਂ ਇਹ ਤੋਂ ਪਹਿਲਾਂ ਵੀ ਇੰਟਰਵਿਊ ਕਰਨ ਤੋਂ ਪਹਿਲਾਂ ਵੀ ਬੜੇ ਬੰਦਿਆਂ ਨਾਲ ਗੱਲ ਕੀਤੀ। ਉਹ ਕਹਿੰਦੇ ਯਾਰ ਤੂੰ ਕੀ ਲੈਣਾ। ਹਰੇਕ ਬੰਦਾ ਪਿੰਡ 'ਚ ਕਹਿੰਦਾ ਯਾਰ ਤੂੰ ਕੀ ਲੈਣਾ, ਤੇਰੇ ਸੱਟ ਫੇਟ ਮਾਰ ਦੇਣਗੇ, ਐਂ ਕਰ ਦੇਣਗੇ, ਇਉਂ ਕਰ ਦੇਣਗੇ, ਵਾਹ ਕਰ ਦੇਣਗੇ। ਤੇ ਯਾਰ ਕਰ ਦੇਣ, ਫਿਰ ਰਹਿ ਕੇ ਵੀ ਕੀ ਕਰਨਾ ਇੱਥੇ, ਕਰ ਦੇਣ। ਮੈਂ ਤਾਂ ਕਹਿੰਦਾ ਮਾਰ ਦੇਣ ਇਹੋ ਜੀ ਚੀਜ਼ ਨਾਲੋਂ। ਪਰ ਆਪਾਂ ਬਿਨ ਬੋਲੇ ਨਹੀਂ ਰਹਿ ਸਕਦੇ। ਤੇ ਇਹ ਤਾਂ ਮਤਲਬ ਕਿ ਐਂ ਕਹਿ ਸਕਦਾ ਮੈਂ ਤਮਾਸ਼ਾ ਦੇਖ ਰਹੇ ਨੇ ਸਾਰੇ। ਕੋਈ ਤਾਂ ਬੋਲਿਆ ਤੁਹਾਡੇ ਸਾਹਮਣੇ, ਆਪਾਂ ਕਿੰਨੇ ਫੋਨ ਲਾਏ, ਕੋਈ ਬੋੜਿਆ, ਕੋਈ ਨਹੀਂ ਬੋੜਿਆ। ਤੁਸੀਂ ਦੇਖ ਲਓ ਕਿ ਐਡਾ ਕਾਹਦਾ ਡਰ ਆ। ਫਿਰ ਮੈਂ ਯਾਰ ਕਿਉਂ ਤੁਸੀਂ ਕਿਉਂ ਕਹਿੰਦੇ ਹੋ ਅਸੀਂ ਰਾਜ ਕਰਾਂਗੇ, ਅਸੀਂ ਸਰਪੰਚੀਆਂ ਕਰਨੀਆਂ। ਕੋਈ ਮੇਰਾ ਵੈਰ ਵਿਰੋਧ ਨਹੀਂ ਕਿਸੇ ਨਾਲ, ਪਿੰਡ 'ਚ ਮੇਰਾ ਕਿਸੇ ਨਾਲ ਪਰਸਨਲੀ ਕੋਈ ਵੈਰ ਵਿਰੋਧ ਨਹੀਂ। ਪਰ ਦੁੱਖ ਉਦੋਂ ਲੱਗਦਾ ਜਦ ਆਪਦੇ ਖੜਾਏ ਹੋਏ ਜਵਾਕ ਚਿੱਟਾ ਲਾ ਰਹੇ ਆ। ਉਹ ਗੱਲ ਤੋਂ ਡਰ ਲੱਗਦਾ ਵੀ ਫਿਰ ਇਹ ਅੱਗ ਆਪਦੇ ਘਰਾਂ ਤੱਕ ਵੀ ਆਊਗੀ। ਆਪਦੇ ਘਰਾਂ ਤੱਕ ਜੀ ਬਿਲਕੁਲ। ਇਹ ਜਿਹੜਾ ਚਿੱਟੇ ਦਾ ਮਿਲਣਾ ਉਹ ਵੀ ਇਸ ਤਰੀਕੇ ਦੇ ਨਾਲ ਇੰਨੀ ਆਸਾਨੀ ਦੇ ਨਾਲ। ਤੁਸੀਂ ਦੇਖੋ ਮਹਿਜ਼ 5 ਮਿੰਟ ਲੱਗੇ ਨੇ। ਕਿੰਨਾ ਕੁ ਟਾਈਮ ਲੱਗਿਆ? ਅੱਛਾ ਤੁਸੀਂ ਦੇਖੋ, ਆਪਾਂ ਪੱਤਰਕਾਰ ਆ, ਮੇਰਾ ਪਿੰਡ 'ਚ ਵੀ ਕਈਆਂ ਨੂੰ ਪਤਾ ਵੀ ਇਹ ਮੁੰਡਾ ਇਹ ਕੰਮ ਕਰਦਾ, ਠੀਕ ਆ। ਤੇ ਮੈਨੂੰ ਇੰਨੀ ਆਸਾਨੀ ਨਾਲ ਮਿਲ ਸਕਦਾ, ਜਿਹੜਾ ਬੰਦਾ ਆਦੀ ਆ ਉਹਨੂੰ ਕਿੰਨੀ ਜਲਦੀ ਮਿਲ ਸਕਦਾ। ਤੁਸੀਂ ਇਹ ਗੱਲ ਦੇਖੋ ਜੀ। ਕੋਈ ਡਰ ਨਹੀਂ, ਕੋਈ ਡੁੱਕਰ ਨਹੀਂ, ਕੋਈ ਡਰ ਨਹੀਂ, ਕੋਈ ਦਿੱਕਤ ਨਹੀਂ, ਕੋਈ ਕਿਸੇ ਕਿਸਮ ਦਾ ਕੁਝ ਨਹੀਂ, ਕੋਈ ਸ਼ਰੇਆਮ, ਬਿਲਕੁਲ ਸ਼ਰੇਆਮ। ਤੁਸੀਂ ਦੇਖੋ ਜੀ, ਮਤਲਬ ਪੰਜਾਬ ਦੀ ਜਵਾਨੀ ਤਬਾਹ ਹੁੰਦੀ ਜਾ ਰਹੀ ਹੈ। ਸਰਕਾਰਾਂ ਉੱਤੋਂ ਐਲਾਨ ਕਰਦੀਆਂ ਜੀ ਆਹ ਨੰਬਰ ਦਿੱਤੇ ਆ, ਕਾਲ ਕਰੋ, ਪੁਲਿਸ ਫੜਾਓ। ਪਰ ਪੁਲਿਸ ਵੀ ਮੈਨੂੰ ਲੱਗਦਾ ਵੀ ਮਹਿਜ ਇਹੀ ਰਹਿ ਗਈ ਹੈ ਵੀ ਬਸ ਗੋਂਗਲੂਆਂ ਤੋਂ ਮਿੱਟੀ ਝਾੜ ਦਿੰਦੇ। ਬਸ ਮਾੜਾ ਜਿਹਾ ਬਸ ਵੀ ਇੱਕ ਨਾਂ ਕਰ ਦਿੰਦੇ ਆ ਵੀ ਠੀਕ ਆ ਅਸੀਂ ਕੁਝ ਕੀਤਾਗਾ, ਬਸ ਉਹ ਕਰਕੇ ਚਲੇ ਜਾਂਦੇ ਆ। ਐਦਾਂ ਤਾਂ ਨਹੀਂ ਹੱਲ ਹੋਣਾ। ਤੁਸੀਂ ਜੜ ਤਾਂ ਲੱਭੋ, ਵੇਚਣ ਵਾਲੇ ਨੂੰ ਕਿਉਂ ਵੇਚਣਾ ਪੈ ਰਿਹਾ, ਲਾਉਣ ਵਾਲਾ ਕਿਉਂ ਲਾ ਰਿਹਾ, ਉਹ ਗੱਲ ਤੇ ਕੋਈ ਗੱਲ ਨਹੀਂ ਕਰ ਰਿਹਾ। ਬਸ ਠੀਕ ਆ, ਜਿਵੇਂ ਚੱਲੀ ਜਾਂਦਾ ਆਪਾਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਕੀ ਲੈਣਾ। ਕਿੰਨਾ ਕੁ ਟਾਈਮ ਯਾਰ, ਕਿੰਨਾ ਕੁ ਟਾਈਮ? ਕਿੰਨੇ ਤੁਸੀਂ ਕਿਹਾ ਸੀ ਕਿੰਨੇ ਨੌਜਵਾਨ ਪਿੰਡ ਦੇ ਕਿੰਨੇ ਲਾ ਰਹੇ ਆ? ਮਤਲਬ ਕਿ ਔਨ ਐਵਰੇਜ 1000 ਚੋਂ 250 ਤੋਂ 300 ਮੁੰਡਾ ਬਿਲਕੁਲ ਉਹ ਚੱਲ ਰਹੀ। ਇਹਦੇ ਵਿੱਚ ਹਰੇਕ ਵਰਗ ਤੁਸੀਂ ਐਂ ਹਿਸਾਬ ਲਾ ਲਓ ਵੀ 13-14 ਸਾਲਾਂ ਤੋਂ ਸ਼ੁਰੂ ਹੋ ਕੇ ਤੇ 80 ਸਾਲ ਦੇ ਬਜ਼ੁਰਗ ਤੱਕ ਹਰੇਕ ਵਰਗ ਇਹ ਕੰਮ ਦੇ ਵਿੱਚ ਇਨਵੋਲਵ ਆ, ਉਹ ਲਗਾ ਰਿਹਾ, ਉਹ ਆਦੀ ਹੋ ਚੁੱਕਿਆ। ਹਾਂ ਜੀ। ਅੱਛਾ, ਇਹਦੇ ਵਿੱਚ ਇੱਕ ਹੋਰ ਵੀ ਹੈ ਕਿ ਕੋਈ ਜਿਹੜੇ ਵੱਡੇ ਘਰਾਂ ਦੇ ਮੁੰਡੇ ਹੀ ਲਾਉਂਦੇ ਆ ਜਾਂ ਹਰ ਇੱਕ ਵਰਗ ਗਰੀਬ? ਨਹੀਂ ਸਰ, ਹਰੇਕ ਵਰਗ, ਹਰੇਕ ਤੁਸੀਂ ਉਹ ਗਰੀਬ ਤਬਕੇ ਤੋਂ ਲੈ ਕੇ ਤੇ ਕਈ 100 ਕਿੱਲਿਆਂ ਦੇ ਮਾਲਕ ਵੀ ਇਹ ਕੰਮ ਦੇ ਵਿੱਚ ਇਨਵੋਲਵ ਨੇ, ਉਹ ਲਾਉਂਦੇ ਨੇ ਜੀ।
ਬਠਿੰਡਾ ਜ਼ਿਲ੍ਹਾ ਹੈ, ਬਠਿੰਡਾ ਮਤਲਬ ਬਠਿੰਡਾ ਤੁਹਾਡੇ ਤੋਂ ਕਿੰਨੇ ਕਿਲੋਮੀਟਰ ਰਹਿ ਜਾਂਦਾ ਇੱਥੋਂ ਸਾਰਾ? ਸਾਰੇ ਇੱਥੋਂ ਸਾਰੇ ਹੀ 10 ਤੋਂ 12 ਕਿਲੋਮੀਟਰ ਆ 10 ਤੋਂ 12 ਜੀ। ਕਿਲੋਮੀਟਰ ਵੱਧ ਤੋਂ ਵੱਧ 13-14 ਕਿਲੋਮੀਟਰ ਐਸਐਸਪੀ ਹੋਰ ਦੇਖੋ ਜੀ, ਇਸ ਤੋਂ ਇਲਾਵਾ ਇਹ ਪਿੰਡ ਦੇ ਵਿੱਚ ਨਾਲ ਦੇ ਪਿੰਡਾਂ ਤੋਂ ਉਦਾਹਰਨ ਦੇ ਤੌਰ ਤੇ ਢੇਲਮਾ ਪੈ ਜਾਂਦਾ, ਪੁੱਲੀ ਪੈ ਜਾਂਦਾ, ਸੀਮਾ ਪੈ ਜਾਂਦਾ, ਨਾਲ ਦੇ ਪਿੰਡਾਂ ਦੇ ਲੈਣ ਆਉਂਦੇ ਆ। ਇੱਕ ਗੜ੍ਹ ਬਣ ਚੁੱਕਿਆ ਇੱਥੋਂ ਦਾ, ਨਾਲ ਦੇ ਪਿੰਡਾਂ ਦੇ ਇੱਥੇ ਆਉਂਦੇ ਆ ਲੈਣ। ਬੜੇ ਬੰਦੇ ਦੇਖਦੇ ਆ, ਪਰਸਨਲੀ ਉਹਨੂੰ ਬਾਏ ਨੇਮ ਬਾਏ ਫੇਸ ਜਾਣਦੇ ਆ, ਪਰ ਆਪਾਂ ਕਹਿੰਦੇ ਆ ਵੀ ਨਹੀਂ, ਆਪਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ। ਆਪਣੀ ਤਾਂ ਬੇਨਤੀ ਆ ਇਹ ਕਿ ਵੇਚਣ ਵਾਲੇ ਵੀ ਭਾਈ ਹੱਥ ਬੰਨੇ, ਕੋਈ ਹੋਰ ਕੰਮ ਕਰ ਲਓ ਯਾਰ, ਹੋਰ ਬਹੁਤ ਦੁਨੀਆ ਤੇ ਕੰਮ ਆ। ਜੇ ਤੁਸੀਂ ਕਹਿੰਦੇ ਜਦੋਂ ਸਰਕਾਰ ਆਈ ਹੈ ਬੜੇ ਰੌਲੇ ਪਾਏ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕਿ ਚਿੱਟੇ ਵਾਲੇ ਕੰਮ ਛੱਡ ਦਿਓ, ਹੋਰ ਕੰਮ ਕਰ ਲਓ, ਹੁਣ ਸਖਤੀ ਹੋਵੇਗੀ। ਕੋਈ ਲੱਗਿਆ ਵੀ ਉਹ ਜਿਹੜੀ ਏਡੇ ਏਡੇ ਦਾਅਵੇ ਕੀਤੇ ਗਏ ਉਹਨਾਂ ਤੇ ਕੋਈ ਅਸਰ ਹੋਇਆ ਜਾਂ ਨਾ ਸਰ, ਬਿਲਕੁਲ ਕੋਈ ਅਸਰ ਨਹੀਂ। ਤੁਸੀਂ ਐਂ ਹਿਸਾਬ ਲਾ ਲਓ, ਪਿੰਡ ਦੇ ਵਿੱਚ ਆਈ ਥਿੰਕ ਦੋਨੇ ਸਰਪੰਚ ਹੀ ਆਪ ਨਾਲ ਰਿਲੇਟਡ ਨੇ। ਗੋਬਿੰਦਪੁਰਾ ਪਿੰਡ ਦਾ ਸਰਪੰਚ ਵੀ ਆਪ ਨਾਲ ਰਿਲੇਟਡ ਆ, ਤੇ ਇਹ ਹਰੰਗਪੁਰੇ ਪਿੰਡ ਦੇ ਵੀ ਸਰਪੰਚ ਆਪ ਨਾਲ ਰਿਲੇਟਡ, ਪਰ ਕੋਈ ਕਾਰਵਾਈ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਕਿਸ ਗੱਲ ਦਾ ਡਰ ਆ ਵੀ ਤੁਸੀਂ ਇੰਨਾ ਆਪਦੇ ਅਧਿਕਾਰਾਂ ਖਾਤਰ ਵੀ ਨਹੀਂ ਬੋਲ ਸਕਦੇ। ਕੋਈ ਯਾਰ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਆਪਣਾ। ਮੈਂ ਫਿਰ ਦੁਬਾਰਾ ਤੋਂ ਗੱਲ ਰਿਪੀਟ ਕਰਦਾ ਵੀ ਮੇਰਾ ਪਰਸਨਲੀ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਪਰ ਤੁਸੀਂ ਗੱਲ ਤਾਂ ਕਰੋ ਇਹ ਵਿਸ਼ੇ ਦੇ ਉੱਤੇ। ਸ਼ਾਇਦ ਸਰਪੰਚ ਸਾਹਿਬ ਵੀ ਆ ਹੀ ਗਏ, ਲੈ ਆਪਾਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਜੀ। ਆ ਹੀ ਗਏ ਨੇ ਸਰਪੰਚ ਸਾਹਿਬ ਵੀ, ਸਰਪੰਚ ਸਾਹਿਬ ਵੀ ਆ ਗਏ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਨੂਣ ਮਿਰਚਾਂ ਵਾਂਗ ਜਿਹੜਾ ਚਿੱਟਾ ਇੱਥੇ ਵਿਕ ਰਿਹਾ ਹੈ, ਚਿੱਟੇ ਦੀ ਇਸ ਤਰੀਕੇ ਦੇ ਨਾਲ ਵਿਕਰੀ ਹੋ ਰਹੀ ਹੈ। 5-5 ਮਿੰਟਾਂ ਦੇ ਵਿੱਚ ਜਿਹੜੇ ਆ ਲੋਕ ਚਿੱਟਾ ਲੈ ਕੇ ਆ ਰਹੇ ਆ। ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ। ਠੀਕ ਹੋ ਜੀ? ਵਧੀਆ, ਤੁਸੀਂ ਸੁਣਾਓ। ਸਰਪੰਚ ਸਾਹਿਬ, ਚਿੱਟਾ ਲੈਣ ਅਸੀਂ ਮੁੰਡਾ ਭੇਜਿਆ, 5 ਮਿੰਟ ਦੇ ਵਿੱਚ ਮੁੜਿਆ, ਇੰਨਾ ਸ਼ਰੇਆਮ ਚਿੱਟਾ ਇੱਥੇ? ਵੇਖੋ ਜੀ, ਜੋ ਸਮੇਂ ਦੀਆਂ ਸਰਕਾਰਾਂ ਦੀ ਗੱਲ ਹੈ ਨਾ, ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਤੇ ਉਦੋਂ ਵੀ ਅਸੀਂ ਬੜਾ ਬਹਿਨ ਵਹਾਇਆ, ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈ ਨਾ। ਤੇ ਉਦੋਂ ਤਾਂ ਕੁਛ ਇਦੋਂ ਜ਼ਿਆਦਾ ਹੀ ਸੀਗਾ, ਮੈਨੂੰ ਇਹ ਲੱਗਦਾ ਹੈ ਨਾ। ਹੁਣ ਤਾਂ ਜਿਹੜਾ ਮੇਰਾ ਏਰੀਆ ਜਿਹੜਾ ਹਰੰਗਪੁਰਾ ਹੈ, ਹੁਣ ਥੋੜ੍ਹੀ ਜਿਹੀ ਮੈਨੂੰ ਇਹ ਲੱਗਦਾ ਇੱਧਰ ਠੱਲ ਪਈ ਹੋਵੇ। ਤੇ ਅਸੀਂ ਤਾਂ ਆਪ ਡਰਿਆ ਮਹਿਸੂਸ ਕਰਦੇ ਹੁੰਦੇ ਸੀਗੇ ਵੀ ਜਿਹੜਾ ਨਸ਼ੇ ਦਾ ਦੌਰ ਚੱਲੀ ਜਾਂਦਾ ਜਾਂ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ, ਅਸੀਂ ਬੜਾ ਡਰਿਆ ਮਹਿਸੂਸ ਅਸੀਂ ਵੀ ਕਰਦੇ ਹਾਂ। ਪਰ ਕਰਿਆ ਕੀ ਜਾਵੇ, ਹੁਣ ਸਾਡੇ ਤਾਂ ਬੇਬਸੀ ਹੋਈ ਵੀ ਗੱਲ ਪੰਚਾਇਤਾਂ ਦੀ ਵੀ। ਮਤਲਬ ਸਰਕਾਰ ਵੀ ਬਦਲ ਗਈ, ਇਹ ਵੀ ਦਿਖਾਇਆ ਗਿਆ ਕਿ ਬਦਲਾਅ ਆ ਗਿਆ, ਜ਼ਮੀਨ ਮਤਲਬ ਨਵਾਂ ਕੁਝ ਆਊਗਾ, ਪਰ ਗੱਲ ਇਹ ਹੈ ਵੀ 5 ਮਿੰਟ ਦੇ ਵਿੱਚ ਬੰਦਾ ਜਾਂਦਾ 100 ਚਿੱਟਾ ਲੈ ਕੇ ਮੁੜਿਆ ਆਉਂਦਾ। ਇੱਕ ਪੱਤਰਕਾਰ ਬੰਦਾ, ਇੱਕ ਆਮ ਜਿਹੜਾ ਆਦੀ ਹੈ, ਉਹਦਾ ਕੀ ਹਾਲ ਹੋਊਗਾ? ਆਦੀ ਦਾ ਤਾਂ ਉਹੀ ਗੱਲ ਸਹੀ ਗੱਲ ਹੈ। ਅਸੀਂ ਸਾਡੇ ਪਿੰਡ ਦੇ ਸਾਰੇ ਬਜ਼ੁਰਗ ਵੀ ਖੜੇ ਨੇ ਹੈ ਨਾ। ਅਸੀਂ ਪਿੰਡ ਨੇ ਵੀ ਬੈਨ ਬਹਾ ਲਏ। ਅਸੀਂ ਜ਼ਿਆਦਾ ਜੇ ਮੰਨ ਲਓ ਇੱਧਰਲੇ ਹਰੰਗਪੁਰਾ ਜੀ, ਇਹ ਜਿਹੜੀ ਜਗ੍ਹਾ ਤੇ ਖੜੇ ਆ ਨਾ, ਜੇ ਗੋਬਿੰਦਪੁਰੇ ਪਿੰਡ ਦਾ ਲਾਈਏ ਤਾਂ ਹਰੰਗਪੁਰੇ ਨਾਲੋਂ ਜ਼ਿਆਦਾ ਮੰਦਾ ਹਾਲ ਹੈ, ਇਹ ਗੱਲ ਸ਼ੋਰ ਹੈ ਨਾ। ਰਾਤੀ ਮੇਰੇ ਕੋਲੇ ਕੋਈ ਬੰਦੇ ਆਏ ਸੀਗੇ ਤਾਂ ਉਹ ਕਹਿੰਦੇ, ਉਹ ਬੰਦੇ ਨੇ ਆਪ ਮੰਨਿਆ ਵੀ ਮੇਰੀ ਨੂੰਹ ਨਸ਼ਾ ਕਰਦੀ ਹੈ ਚਿੱਟੇ ਦਾ। ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਜਿੰਨੇ ਕੁ ਜੋਗਰੇ ਅਸੀਂ ਹੈਗੇ ਹੈ ਨਾ, ਜਿੰਨਾ ਕੁ ਅਸੀਂ ਸਾਡੇ ਜਿਹੜਾ ਰਾਜਿਆ, ਮੈਂ ਇੱਕ ਸਮਾਜ ਸੇਵੀ ਰਿਹਾ, 15-20 ਸਾਲ ਲੋਕ ਸੇਵਾ ਕੀਤੀ ਹੈ, ਮੈਂ ਖੂਨਦਾਨੀ ਰਿਹਾ, ਸਮਾਜ ਸੇਵਾ ਦੇ ਵਿੱਚ ਕੰਮ ਕੀਤੇ ਹੈ, ਬਲਾਕ ਸਮਿਤੀ ਮੈਂਬਰ ਰਹਿ ਗਿਆ, ਸਰਪੰਚ ਬਣ ਗਿਆ ਜੀ। ਮੈਂ ਕਿਹਾ ਵੀ ਜੇ ਉਹ ਲੜਕੀ ਦੀ ਨਸ਼ਾ ਕਰਦੀ ਹੈ ਤਾਂ ਸਾਡੇ ਨੂੰ ਉਹ ਹੈਂਡਓਵਰ ਕਰ ਦਿਓ, ਤਾਂ ਅਸੀਂ ਨਸ਼ਾ ਛੁਡਵਾਉਣ ਨੂੰ ਤਾਂ ਤਿਆਰ ਹਾਂ। ਜੇ ਤੁਹਾਡੇ ਕੋਲ ਕੁਝ ਨਹੀਂ ਹੈਗਾ ਤਾਂ ਅਸੀਂ ਛੁਡਵਾ ਦਿੰਦੇ ਹਾਂ। ਉਹ ਬੰਦਾ ਕਹਿੰਦਾ ਵੀ ਬਹੁਤ ਪੈਸਾ ਨਸ਼ਾ ਖਾ ਗਈ, ਤੇ ਮੇਰੇ ਕਹਿੰਦਾ ਹੱਥ ਖੜੇ ਆ। ਮੈਂ ਕਿਹਾ ਸਾਨੂੰ ਤੁਸੀਂ ਹੈਂਡਓਵਰ ਕਰੋ, ਪਰ ਉਹ ਬੰਦਿਆਂ ਨੇ ਕੋਈ ਗਾਂਹ ਵਾਲਾ ਮੇਰੇ ਗੱਲ ਦਾ ਜਵਾਬ ਨਹੀਂ ਦਿੱਤਾ। ਤੇ ਉਹ ਲੜਕੀਆਂ ਨਸ਼ੇ ਕਰਨ ਲੱਗ ਗਈਆਂ। ਮੈਨੂੰ ਤਾਂ ਇਸ ਗੱਲ ਦੀ ਸ਼ਰਮ ਮਹਿਸੂਸ ਹੁੰਦੀ ਵੀ ਮੇਰੀ ਟਰਨ ਦੇ ਵਿੱਚ ਇਹ ਸਰਪੰਚੀ ਸੀਗੀ ਮੇਰੇ ਕੋਲੇ ਆਈ, ਤਾਂ ਆਹ ਸਮੇਂ ਦੇ ਵਿੱਚ ਹੀ ਲੋਕਾਂ ਨੇ ਚਿੱਟਾ ਵੇਚਣਾ ਸੀ, ਤੇ ਆਹ ਸਮੇਂ ਵਿੱਚ ਸਾਡੀਆਂ ਪਿੰਡ ਦੀਆਂ ਨੂੰਹਾਂ ਮਤਲਬ ਨਸ਼ੇ ਕਰ ਰਹੀਆਂ ਹਨ। ਰਾਤੀ ਮੇਰੇ ਕੋਲ ਬੰਦਾ ਇੱਥੇ ਆਇਆ, 8:30 ਦਾ ਟਾਈਮ ਸੀਗਾ, ਤਾਂ ਉਹ ਕਹਿੰਦਾ ਜੀ ਮੇਰੀ ਤਾਂ ਨੂੰਹ ਨਸ਼ਾ ਕਰਦੀ ਹੈ। ਉਹ ਸ਼ਰੇਆਮ ਦੱਸ ਕੇ ਗਿਆ ਜੀ ਮੈਨੂੰ, ਮੈਂ ਕੀ ਕਰੀਏ ਹੁਣ? ਇਹ ਹਾਲ ਆ ਚਿੱਟੇ ਦਾ। ਪੁਲਿਸ ਦੀ ਕੋਈ ਸਖਤੀ ਹੈ? ਪੁਲਿਸ ਦੀ ਜਦੋਂ ਸਰਕਾਰ ਬਦਲੀ ਸੀਗੀ, ਉਦੋਂ ਮੇਰੇ ਇਸ ਏਰੀਏ ਦੇ ਵਿੱਚ ਪੁਲਿਸ ਨੇ ਕੰਮ ਕੀਤਾ ਕੁਛ, ਪਰ ਪੁਲਿਸ ਵੀ ਮੈਨੂੰ ਇਹ ਲੱਗਦਾ ਵੀ ਪੁਲਿਸ ਵੀ ਬੇਵੱਸ ਹੈ ਜਾਂ ਕੀ ਹੈ, ਕੋਈ ਸਮਝੋ ਬਾਹਰ ਹੈ। ਮੈਨੂੰ ਤਾਂ ਕਿਸ ਗੱਲ ਦੀ ਸਾਨੂੰ ਸਮਝ ਹੀ ਨਹੀਂ ਆ ਰਹੀ। ਪੁਲਿਸ ਤੇ ਸਰਕਾਰ ਕੋਲੇ ਤਾਂ ਕਹਿੰਦੇ ਵੀ ਇੰਨੀ ਕੁ ਪਾਵਰ ਹੁੰਦੀ ਹੈ ਵੀ ਮਰੇ ਬੰਦੇ ਨੂੰ ਜਿਉਂਦਾ ਨਹੀਂ ਕਰ ਸਕਦੀ ਹੁੰਦੀ, ਬਾਕੀ ਸਾਰਾ ਕੁਝ ਹੀ ਹੱਲ ਹੋ ਜਾਂਦੇ ਆ। ਦੇਖੋ, ਜੇ ਕਰੋਨਾ ਵੇਲੇ ਲੋਕਾਂ ਨੂੰ ਘਰਾਂ 'ਚ ਤੱਕ ਸਕਦੇ ਆ, ਤਾਂ ਕੀ ਚਿੱਟਾ ਐਡਾ ਵੱਡਾ ਵੀ ਸਰਕਾਰ ਤੋਂ ਹੀ ਬਾਹਰ ਹੋ ਗਿਆ? ਨਹੀਂ, ਸਰਕਾਰਾਂ ਤਾਂ ਜਿਹੜੀਆਂ ਜਿਵੇਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਬਦਲਦੀਆਂ, ਇਹ ਤਾਂ ਮੈਨੂੰ ਇਹ ਲੱਗਦਾ ਹੈ ਜਿਵੇਂ ਸਾਡੇ ਡਿਵੈਲਪਮੈਂਟ ਦੇ ਕੰਮ ਰੁਕ ਗਏ ਹੈ ਨਾ। ਕਹਿੰਦੇ 26 ਜੂਨ ਨੂੰ ਇੱਕ ਪੰਚਾਇਤ ਦਾ ਇਜਲਾਸ ਬੁਲਾਇਆ ਜਾਊਗਾ। ਜਿਹੜੀ ਵੀ ਸਰਕਾਰ ਬਦਲ ਜਾਂਦੀ ਹੈ ਤਾਂ ਉਹ ਤਾਂ ਆ ਕੇ ਪੰਚਾਇਤਾਂ ਦੇ ਬਹਿ ਜਾਂਦੀ, ਆ ਕੇ ਪੰਚਾਇਤ ਦੇ ਸਿਰ ਤੇ ਬਹਿ ਜਾਂਦੀ ਆ, ਕਿ ਖਬਰ ਨਹੀਂ ਵੀ ਸਰਪੰਚਾਂ ਨੇ ਤਾਂ ਕਿੰਨੀ ਕੋਈ ਧਾਂਦਲੀ ਕਰ ਲਈ ਹੈ ਜਾਂ ਕੀ ਕੁਛ ਕਰ ਲਿਆ ਹੈ ਨਾ। ਪਿੱਛੇ ਜੇ ਮੇਰੇ ਇੱਕ ਸਾਥੀ ਸਰਪੰਚ ਮੈਸਰਖਾਨੇ ਦਾ ਸਰਪੰਚ ਦੀ ਉਹ ਆ ਰਹੀ ਸੀ, ਤੁਸੀਂ ਵੀ ਦੇਖੀ ਹੋਣੀ ਹੈ ਨਾ।
ਤਾਂ ਮਤਲਬ ਸਰਪੰਚਾਂ ਤੇ ਆ ਕੇ ਸਾਰੀ ਗਾਜ ਉਹਤੇ ਡਿੱਗ ਪਈ। ਜਿਹੜੀ ਗੱਲ ਕੀਤੀ ਸੀ ਉਹ ਵੱਡੇ ਲੀਡਰ ਨੇ, ਚਲੋ ਆਪਾਂ ਬਾਤ ਤੱਕ ਕਹਿਣਾ ਨਹੀਂ ਚਾਹੁੰਦੇ ਸੀ ਵੈਸੇ, ਕੇਜਰੀਵਾਲ ਸਾਹਿਬ ਨੇ ਕਿਸੇ ਇੰਨੇ ਦਿਨਾਂ 'ਚ ਅਸੀਂ ਨਸ਼ਾ ਬੰਦ ਕਰਾਂਗੇ, ਬੇਅਦਬੀ ਦਾ ਕਿਹਾ ਸੀਗਾ, ਹੋਇਆ ਕੁਛ ਨਹੀਂ, ਬਦਲਾਅ ਕਾਹਦਾ, ਮੈਨੂੰ ਤਾਂ ਕੋਈ ਐਡਾ ਕੋਈ ਜ਼ਿਆਦਾ ਬਦਲਾਅ ਵਾਲੀ ਕੋਈ ਗੱਲ ਲੱਗਦੀ ਨਹੀਂ। ਤੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਵਧੀਆ ਰਿਜ਼ਲਟ ਇਹਦੇ ਆਉਣ ਸਰਕਾਰ ਦੇ। ਤਾਂ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕੀਤੀ ਤੇ ਲਾਈਵ ਤੁਹਾਨੂੰ ਦਿਖਾਇਆ ਕਿ 5 ਮਿੰਟ ਦੇ ਵਿੱਚ ਚਿੱਟਾ ਇੱਥੇ ਮਿਲ ਜਾਂਦਾ ਹੈ। ਤੇ ਕੈਮਰੇ ਤੇ ਪਹਿਲਾਂ ਤੁਹਾਨੂੰ ਫਰੀਦਕੋਟ ਜ਼ਿਲ੍ਹੇ ਦਾ ਦਿਖਾਇਆ ਸੀ, ਹੁਣ ਬਠਿੰਡਾ ਜ਼ਿਲ੍ਹੇ ਦੀ ਤਸਵੀਰ ਹੈ। ਫਰੀਦਕੋਟ ਦੇ ਐਸਐਸਪੀ ਬਾਰੇ ਬੜੀਆਂ ਲੋਕ ਪਾਉਂਦੇ ਆ ਕਿ ਬੜੇ ਇਮਾਨਦਾਰ ਹੈ, ਬਠਿੰਡੇ ਦੇ ਐਸਐਸਪੀ ਬਾਰੇ ਬੜੇ ਲੋਕ ਪਾਉਂਦੇ ਆ ਕਿ ਇਮਾਨਦਾਰ ਹੈ। ਇਮਾਨਦਾਰੀ ਕਿਸੇ ਨੇ ਰਗੜ ਕੇ ਫੋੜੇ ਤੇ ਲਾਉਣੀ ਹੈ। ਜੇ ਲੋਕਾਂ ਦੇ ਪੁੱਤ ਮਰ ਰਹੇ ਆ, ਜੇ ਤੁਸੀਂ ਕਾਰਵਾਈ ਨਹੀਂ ਕਰ ਰਹੇ, ਗੁਲਦਸਤਾ ਗੈਂਗ ਜਿਹੜੀ ਉਹਨਾਂ ਨੂੰ ਗੁਲਦਸਤੇ ਦੇਣ ਤੁਰ ਪੈਂਦੀ ਹੈ ਜੇ ਕੋਈ ਅਫਸਰ ਆਉਂਦਾ, ਸਭ ਤੋਂ ਖਤਰਨਾਕ ਉਹ ਹੈ। ਕਿਉਂਕਿ ਜੇ ਤੁਸੀਂ ਇਹ ਗੁਲਦਸਤੇ ਦੇਣੇ ਬੰਦ ਕਰੋ ਤੇ ਅਫਸਰਾਂ ਤੋਂ ਕੰਮ ਲੈਣਾ ਸ਼ੁਰੂ ਕਰੋ ਤਾਂ ਆਹ ਨੌਜਵਾਨੀ ਤਬਾਹ ਹੋਣੋਂ ਬਚ ਜਾਵੇ। ਮਾਵਾਂ ਦੇ ਵੈਣ ਪੈ ਰਹੇ ਆ, ਚਿੱਟੀਆਂ ਚੁੰਨੀਆਂ ਹੋ ਰਹੀਆਂ, ਤਬਾਹੀ ਹੋ ਰਹੀ ਹੈ ਪੰਜਾਬ ਦੀ। ਪੰਜਾਬ ਵਿੱਚ ਬੱਚੇ ਨਹੀਂ ਪੈਦਾ ਹੋ ਰਹੇ, ਪਰ ਪੰਜਾਬ ਪੁਲਿਸ ਤੇ ਨਵੀਂ ਬਣੀ ਸਰਕਾਰ ਚੁੱਪ ਹੈ, ਮੂਕ ਦਰਸ਼ਕ ਬਣ ਕੇ ਖੜੀ ਹੈ। ਕਦ ਤੱਕ ਖੜੇ ਰਹੋਗੇ? ਜਦ ਤੱਕ ਤੁਹਾਨੂੰ ਵੋਟਾਂ ਪਾਉਣ ਵਾਲਾ ਹੀ ਨਾ ਕੋਈ ਬਚਿਆ। ਸੋ ਸਰਕਾਰ ਨੂੰ ਸਵਾਲ ਹੈ, ਤੁਸੀਂ ਬਦਲਾਅ ਦੇ ਨਾਮ ਤੇ ਆਏ ਹੋ, ਕੁਝ ਕਰਕੇ ਦਿਖਾਓ। 50 ਦਿਨ ਹੋ ਗਿਆ, ਕੁਝ ਵੀ ਜ਼ਮੀਨੀ ਪੱਧਰ ਤੇ ਨਹੀਂ ਵਾਪਰਿਆ। ਜੇ ਵਾਪਰਿਆ ਹੁੰਦਾ ਤਾਂ ਸ਼ਰੇਆਮ ਚਿੱਟਾ 5 ਮਿੰਟ ਦੇ ਵਿੱਚ ਔਨ ਕੈਮਰਾ ਨਾ ਆਉਂਦਾ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਕਵਾਈ ਟੀਵੀ, ਬਠਿੰਡਾ।